ਸਟੱਡੀ ਵੀਜ਼ਾ ਯੂਕੇ ਦੇ ਵਿੱਚ ਪਹਿਲਾਂ ਔਖੇ ਲੱਗਦੇ ਸੀ ਤਾਂ ਹੁਣ ਕਾਫੀ ਲੀਨੀਅੰਸੀ ਹੈ ਤੇ ਕੀ ਕ੍ਰਾਈਟੇਰੀਆ ਇਸ ਸਮੇਂ ਜੇ ਤੁਹਾਨੂੰ ਲੱਗ ਰਿਹਾ ਕਿ ਮੈਂ ਅਗਰ ਕੈਨੇਡਾ ਜਾਣਾ ਜਾਂ ਮੈਂ ਆਸਟ੍ਰੇਲੀਆ ਚੂਜ਼ ਕਰਨਾ ਉਹਦੇ ਨਾਲੋਂ ਯੂਕੇ ਮਚ ਬੈਟਰ ਹੈਗਾ। ਤੇ ਹੁਣ ਪੀਆਰ ਦਾ ਕੀ ਸਿਸਟਮ ਹੋਏਗਾ ਕਿ ਬੱਚੇ ਯੂਕੇ ਵੱਲ ਹੀ ਕਿਉਂ ਜਾਣ? ਤਾਂ ਅਸੀਂ ਉਹਨਾਂ ਨੂੰ 2 ਸਾਲ ਦਾ ਵਰਕ ਪਰਮਿਟ ਦਿਆਂਗੇ ਜੀ। ਔਰ ਜਿਹੜਾ ਵਰਕ ਪਰਮਿਟ ਹੈਗਾ ਉਹ ਐਕਸਟੈਂਡੇਬਲ ਹੈ। ਜੇਕਰ ਆਇਲਸ ਕੀਤੀ ਹੈ ਤਾਂ ਵੀ ਜਾ ਸਕਦੇ ਹੋ, ਬਿਨਾਂ ਆਇਲਸ ਤੋਂ ਵੀ ਜਾ ਸਕਦੇ ਹੋ। ਲੇਕਿਨ ਫੀਸ ਸਟਰਕਚਰ ਦੋਨੋਂ ਕੇਸਾਂ ਦੇ ਵਿੱਚ ਸੇਮ ਹੈ। ਜੀ। यानी मैं विद आइलेट्स चला रहा या विदाउट आइलेट्स चला रहा मेरा फीस स्ट्रक्चर सेम है। ਜੋ ਰਿਫਿਊਜ਼ਲ ਆਉਣ ਦੇ ਚਾਂਸਸ ਬਣ ਜਾਂਦੇ ਨੇ ਤਾਂ ਕੋਰਸਿਸ ਕਿਵੇਂ ਚੁਣੇ ਜਾਂਦੇ ਨੇ? ਅੱਜ ਦੀ ਡੇਟ ਦੇ ਵਿੱਚ 99% ਰਿਜੈਕਸ਼ਨ ਉਹ ਬੱਚਿਆਂ ਦੀ ਹੈਗੀ ਹੈ ਜਿਨ੍ਹਾਂ ਦੇ ਕੋਰਸ ਸਿਲੈਕਸ਼ਨ ਸਹੀ ਨਹੀਂ ਕਿ ਜਿਹੜਾ ਵੀ ਮੇਰਾ ਕੋਰਸ ਹੈਗਾ ਉਹ ਮੇਰਾ ਰੈਲੀਵੈਂਸ ਹੋਣਾ ਚਾਹੀਦਾ, ਮੇਰੀ ਪ੍ਰੀਵੀਅਸ ਸਟੱਡੀ ਨਾਲ ਰੈਲੀਵੈਂਸ ਹੋਣਾ ਚਾਹੀਦਾ, ਤਦ ਹੀ ਮੈਨੂੰ ਵੀਜ਼ਾ ਮਿਲੇਗਾ। ਸਪਾਊਸ ਜਿਹੜੇ ਨੇ ਸਟੱਡੀ ਵੀਜ਼ੇ ਤੇ ਜਾ ਸਕਦੇ ਨੇ, ਕੀ ਚਾਂਸਸ ਉਹਨਾਂ ਦੇ ਵੀਜ਼ਾ ਆਉਣ ਦੇ? ਅਗਰ ਉਹ ਸਟੱਡੀ ਵੀਜ਼ੇ ਤੇ ਮਾਸਟਰ ਡਿਗਰੀ ਲਈ ਜਾ ਰਿਹਾ ਉਹਦੇ ਨਾਲ ਸਪਾਊਸ ਉਹਦਾ ਐਜ਼ ਅ ਡਿਪੈਂਡੈਂਟ ਵੀਜ਼ਾ ਜਾ ਸਕਦਾ। ਮੇਲ ਜਾਂ ਫੀਮੇਲ ਕੋਈ ਇੱਕ ਜਣਾ ਜਾਂਦਾ ਤੇ ਕਿੰਨੇ ਸਮੇਂ ਬਾਅਦ ਸਪਾਊਸ ਜਾ ਸਕਦਾ? ਕਿਉਂਕਿ ਇਹ ਸਵਾਲ ਹੁੰਦੇ ਨੇ ਵੀ ਅਸੀਂ ਜੇਕਰ ਸਪਾਊਸ ਵੀਜ਼ਾ ਲਵਾਤਾ ਤਾਂ ਮੈਂ ਕਦੋਂ ਜਾਊਂਗਾ, ਦੂਜੇ ਦੇ ਮਨ 'ਚ ਸਵਾਲ ਹੁੰਦੇ ਨੇ। ਤਾਂ ਜਿਹੜਾ ਤੁਹਾਡਾ ਸਪਾਊਸ ਹੈ ਸੇਮ ਟਾਈਮ ਤੁਹਾਡੇ ਨਾਲ ਤੁਸੀਂ ਇਕੱਠੇ ਫਲਾਈ ਕਰ ਸਕਦੇ। ਮੇਰਾ 7 ਤੋਂ 8 ਸਾਲ ਦਾ ਗੈਪ ਹੈਗਾ, ਮੈਂ एलिजिबल ਹਾਂ ਜਾਣਾ। ਮੇਰਾ 3 ਮਹੀਨੇ ਇਸ ਪ੍ਰੋਸੈਸ ਨੂੰ ਲੱਗਦੇ यानी अगर मैं जनवरी इनटेक की गल करा तो जुलाई अगस्त सितंबर अक्तूबर नवंबर च तुहाडे वीजे आएंगे। पंजाब गौरमेंट ने एक साडा लाइसेंस बनाने की कोशिश की सी कि भी जिन्ने भी अच्छे एजेंट सारे ऑथराइज किए जान कि उन्हों की सारी बैकग्राउंड चैक करके की जान, फिर उन्होंने लाइसेंस दिते आ कि ये जेन्युइन बंदे अगर तुसीं इन्हां दे थ्रू काम करते हो तुहाडा नुकसान नहीं होगा। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਸਕਰੋਲ ਪੰਜਾਬ ਤੇ ਮੈਂ ਹਾਂ ਖੁਸ਼ਬੂ। ਇੱਕ ਵਾਰ ਫਿਰ ਤੋਂ ਸ਼ੋਅ ਲੈ ਕੇ ਹਾਜ਼ਰ ਹਾਂ ਚੱਲੀਏ ਸਮੁੰਦਰੋਂ ਪਾਰ, ਜਿਸ ਦੇ ਵਿੱਚ ਹਰ ਵਾਰ ਸਾਡੇ ਨਾਲ ਇੱਕ ਨਵਾਂ ਮਹਿਮਾਨ ਹੁੰਦਾ ਹੈ। ਬਾਹਰ ਜਾਣ ਨੂੰ ਲੈ ਕੇ, ਵਿਦੇਸ਼ਾਂ ਦੇ ਵਿੱਚ ਜਾਣ ਨੂੰ ਲੈ ਕੇ ਤੁਹਾਡੇ ਜੋ ਵੀ ਸਵਾਲ ਹੁੰਦੇ ਨੇ, ਤੁਹਾਡੇ ਦਿਲ ਦੇ ਵਿੱਚ ਜੋ ਡਰ ਨੇ ਉਸ ਨੂੰ ਦੂਰ ਕਰਨ ਦੇ ਲਈ ਅਸੀਂ ਹਰ ਵਾਰ ਇੱਕ ਨਵਾਂ ਮਹਿਮਾਨ ਲੈ ਕੇ ਆਉਂਦੇ ਹਾਂ। ਤੇ ਅੱਜ ਸਾਡੇ ਨਾਲ ਪ੍ਰਿਥਵੀ ਓਵਰਸੀਜ਼ ਤੋਂ ਅਵਿਨਾਸ਼ ਜੀ ਮੌਜੂਦ ਨੇ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਸਵਾਗਤ ਹੈ ਸਰ ਸਕਰੋਲ ਪੰਜਾਬ। ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ, ਥੈਂਕ ਯੂ ਖੁਸ਼ਬੂ ਜੀ, ਇਸ ਚੈਨਲ ਦੇ ਵਿੱਚ ਬੁਲਾਉਣ ਲਈ ਬਹੁਤ ਬਹੁਤ ਮਿਹਰਬਾਨੀ ਤੁਹਾਡੀ। ਸੋ ਨਾਈਸ ਜੀ। ਯੂਕੇ ਦੀ ਗੱਲ ਕਰਾਂਗੇ, ਸਟੱਡੀ ਵੀਜ਼ੇ ਦੀ ਗੱਲ ਕਰਾਂਗੇ ਕਿ ਯੂਕੇ ਦੇ ਵਿੱਚ ਜੇਕਰ ਬੱਚੇ ਜਾਣਾ ਚਾਹੁੰਦੇ ਨੇ, ਸਟੱਡੀ ਵੀਜ਼ਾ ਤੇ ਜਾਣਾ ਚਾਹੁੰਦੇ ਨੇ ਤਾਂ ਉਸ ਦਾ ਕੀ ਕ੍ਰਾਈਟੇਰੀਆ ਹੈ? ਸਟੱਡੀ ਵੀਜ਼ਾ ਯੂਕੇ ਦੇ ਵਿੱਚ ਪਹਿਲਾਂ ਔਖੇ ਲੱਗਦੇ ਸੀ ਤਾਂ ਹੁਣ ਕਾਫੀ ਲੀਨੀਅੰਸੀ ਹੈ ਤੇ ਕੀ ਕ੍ਰਾਈਟੇਰੀਆ ਇਸ ਸਮੇਂ? ਦੇਖੋ ਸਾਰੇ ਦਰਸ਼ਕ ਜਾਣਦੇ ਆ ਕਿ ਕਾਫੀ ਟਾਈਮ ਬਾਅਦ ਯੂਕੇ ਨੇ 2008 ਤੋਂ ਬਾਅਦ ਪਿਛਲੇ 2 ਸਾਲਾਂ ਤੋਂ ਸਟੱਡੀ ਵੀਜ਼ਾ ਸ਼ੁਰੂ ਕੀਤੇ ਆ, ਔਰ ਜਦੋਂ ਦਾ ਇਹਨਾਂ ਨੇ ਸਟੱਡੀ ਵੀਜ਼ਾ ਸ਼ੁਰੂ ਕੀਤਾ ਹੈ ਟਾਈਮ ਟੂ ਟਾਈਮ ਚੇਂਜਸ ਜ਼ਰੂਰ ਆ ਰਹੀਆਂ, ਪਰ ਇਹਨਾਂ ਦਾ ਸਕਸੈਸ ਰੇਟ ਬਹੁਤ ਅੱਛਾ ਚੱਲਦਾ। ਅੱਜ ਦੀ ਡੇਟ ਦੇ ਵਿੱਚ ਕੀ ਹੈਗਾ, ਅਗਰ ਆਪਾਂ ਗੱਲ ਕਰੀਏ ਕੈਨੇਡਾ ਦੀ ਵੀਜ਼ਾ ਨੂੰ ਪ੍ਰੋਸੈਸ ਟਾਈਮ ਬਹੁਤ ਜ਼ਿਆਦਾ ਵੱਧ ਲੱਗ ਰਿਹਾ ਹੈਗਾ, ਆਸਟ੍ਰੇਲੀਆ ਦੇ ਵਿੱਚ ਬਹੁਤ ਜ਼ਿਆਦਾ ਟਾਈਮ ਲੱਗ ਰਿਹਾ ਹੈਗਾ, ਜਿਸ ਵਜ੍ਹਾ ਕਰਕੇ ਕਾਫੀ ਸਾਰੇ ਬੱਚਿਆਂ ਦਾ ਸਾਲ ਮਿਸ ਹੋ ਰਿਹਾ, ਇਨਟੇਕ ਮਿਸ ਹੋ ਰਹੇ ਆ। ਲੇਕਿਨ ਯੂਕੇ ਇੱਕ ਇੱਦਾਂ ਦੀ ਕੰਟਰੀ ਹੈ ਕਿ ਅੱਜ ਦੀ ਡੇਟ ਦੇ ਵਿੱਚ ਜਿਹੜੀ ਵੀ ਪ੍ਰੋਫਾਈਲ ਦੇ ਵਿੱਚ ਤੁਹਾਨੂੰ ਲੱਗ ਰਿਹਾ ਕਿ ਮੈਂ ਅਗਰ ਕੈਨੇਡਾ ਜਾਣਾ ਜਾਂ ਮੈਂ ਆਸਟ੍ਰੇਲੀਆ ਚੂਜ਼ ਕਰਨਾ ਉਹਦੇ ਨਾਲੋਂ ਯੂਕੇ ਮਚ ਬੈਟਰ ਹੈਗਾ। ਬਿਲਕੁਲ। ਤੇ ਪਹਿਲਾਂ ਇਦਾਂ ਹੁੰਦਾ ਸੀ ਯੂਕੇ ਜਾਣ ਤੋਂ ਬੱਚੇ ਡਰਦੇ ਸੀ ਵੀ ਨਹੀਂ ਯੂਕੇ 'ਚ ਪੀਆਰ ਲੇਟ ਆਏਗੀ, ਕੈਨੇਡਾ ਜਾਵਾਂਗੇ, ਆਸਟ੍ਰੇਲੀਆ ਜਾਵਾਂਗੇ ਜਾਂ ਫਿਰ ਯੂਰਪ ਦੇ ਵੱਲ ਬੱਚੇ ਜ਼ਿਆਦਾ ਜਾਂਦੇ ਸੀ। ਤੇ ਹੁਣ ਪੀਆਰ ਦਾ ਕੀ ਸਿਸਟਮ ਹੋਏਗਾ ਕਿ ਬੱਚੇ ਯੂਕੇ ਵੱਲ ਹੀ ਕਿਉਂ ਜਾਣ? ਦੇਖੋ ਜਦੋਂ ਦਾ ਇਹਨਾਂ ਨੇ ਲਾਸਟ ਈਅਰ ਦੀ ਮੈਂ ਗੱਲ ਕੀਤਾ ਨਾ, ਅਨਾਉਂਸਮੈਂਟ ਕੀਤੀ ਸੀ ਕਿ ਜਿਹੜੇ ਵੀ ਸਟੂਡੈਂਟ ਸਾਡੇ ਕੋਲ ਯੂਕੇ ਦੇ ਵਿੱਚ ਸਟੱਡੀ ਕਰਨ ਆਉਣਗੇ ਅਸੀਂ ਉਹਨਾਂ ਨੂੰ ਸਟੱਡੀ ਦੇ ਨਾਲ ਵਰਕਿੰਗ ਰਾਈਟਸ ਤਾਂ ਹੈਗੇ ਆ, ਉਹਦੇ ਨਾਲ ਅਸੀਂ ਉਹਨਾਂ ਨੂੰ 2 ਸਾਲ ਦਾ ਵਰਕ ਪਰਮਿਟ ਦੇਵਾਂਗੇ ਜੀ। ਔਰ ਜਿਹੜਾ ਵਰਕ ਪਰਮਿਟ ਹੈਗਾ ਉਹ ਐਕਸਟੈਂਡੇਬਲ ਹੈ। ਅਗਰ ਤੁਸੀਂ ਉਸ ਵਰਕ ਪਰਮਿਟ ਨੂੰ ਕੰਟੀਨਿਊ ਐਕਸਟੈਂਡ ਕਰਦੇ ਹੋ, ਯਾਨੀ 2 ਸਾਲ ਦੇ ਵਰਕ ਪਰਮਿਟ ਨੂੰ 3 ਸਾਲ 4 ਸਾਲ 5 ਸਾਲ ਦੇ ਵਿੱਚ ਤੁਸੀਂ ਕਨਵਰਟ ਕਰਕੇ ਲੈ ਕੇ ਜਾਂਦੇ ਹੋ ਤਾਂ ਇੱਕ ਤੁਸੀਂ ਐਲੀਜੀਬਲ ਬਣ ਜਾਂਦੇ ਹੋ ਪੁਆਇੰਟ ਬੇਸ ਤੇ ਯੂਕੇ ਦੀ ਪੀਆਰ ਪਾਉਣ ਲਈ। ਇਹੀ ਇੱਕ ਬਹੁਤ ਪਲੱਸ ਪੁਆਇੰਟ ਸੀਗਾ ਜਿਸ ਵਜ੍ਹਾ ਕਰਕੇ ਬਹੁਤ ਸਾਰੇ ਸਟੂਡੈਂਟਸ ਔਰ ਕਾਫੀ ਸਾਰੇ ਇਮੀਗ੍ਰੇਸ਼ਨਸ ਵਾਲਿਆਂ ਨੇ ਉਹਨੂੰ ਪ੍ਰਮੋਟ ਕੀਤਾ ਕਿ ਤੁਸੀਂ ਯੂਕੇ ਜਾ ਕਰਕੇ ਆਪਣੇ ਆਪ ਨੂੰ ਸੈੱਟ ਕਰ ਸਕਦੇ ਹੋ। ਔਰ ਆਪਾਂ ਸਾਰੇ ਜਾਣਦੇ ਹਾਂ ਕਿ ਯੂਕੇ ਜਿਹੜੀ ਹੈ ਵਰਲਡ ਦੀ ਸਭ ਤੋਂ ਬੈਸਟ ਐਜੂਕੇਸ਼ਨ ਕਾਊਂਟ ਕੀਤੀ ਜਾਂਦੀ ਹੈ, ਸਭ ਤੋਂ ਬੈਸਟ ਯੂਨੀਵਰਸਿਟੀ ਜਿਹੜੀਆਂ ਹੈਗੀਆਂ ਉਹ ਯੂਕੇ ਦੇ ਵਿੱਚ ਹੈਗੀਆਂ। ਔਰ ਆਪਾਂ ਜਿੰਨਾ ਵੀ ਕੰਮ ਕਰਦੇ ਹਾਂ ਸਟੱਡੀ ਦਾ ਉਹ ਸਾਰੇ ਬੱਚਿਆਂ ਨੂੰ ਯੂਨੀਵਰਸਿਟੀ ਦੇ ਵਿੱਚ ਭੇਜਦੇ ਆ ਤਾਂ ਕਿ 2008 ਦੀ ਤਰ੍ਹਾਂ ਫਿਰ ਬੱਚਿਆਂ ਨਾਲ ਕੋਈ ਧੋਖਾ ਨਾ ਹੋ ਜੇ। ਕਾਲਜ ਜਿੱਦਾਂ ਪਿਛਲੀ ਵਾਰ ਬੰਦ ਹੋ ਗਏ ਸੀਗੇ, ਬਹੁਤ ਸਾਰੇ ਬੱਚਿਆਂ ਦੇ ਫਿਊਚਰਸ ਖਰਾਬ ਹੋਇਆ, ਬਹੁਤ ਸਾਰੇ ਪਰਿਵਾਰ ਦੇ ਪੈਸੇ ਖਰਾਬ ਹੋਏ ਆ। ਉਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਅਸੀਂ ਬੱਚਿਆਂ ਨੂੰ ਯੂਨੀਵਰਸਿਟੀਜ਼ ਭੇਜਦੇ ਆ, ਉਹ ਵੀ ਯੂਨੀਵਰਸਿਟੀ ਭੇਜਦੇ ਆ ਜਿਹੜੀ 100 ਸਾਲ ਪੁਰਾਣੀ ਹੈ।
ਬਿਲਕੁਲ। ਜੋ ਇਨ ਫਿਊਚਰ ਦੇ ਵਿੱਚ ਕੋਈ ਆਪਸ਼ਨ ਨਹੀਂ ਹੈਗਾ ਕਿ ਉਹ ਕਿਸੇ ਵੀ ਤਰੀਕੇ ਨਾਲ ਉਹਨਾਂ ਨੂੰ ਬੰਦ ਹੋ ਸਕਦੀਆਂ। ਜੀ ਇਹ ਤਾਂ ਬਿਲਕੁਲ ਸਹੀ ਹੈ, ਕਿਉਂਕਿ ਸਵਾਲ ਹਰ ਇੱਕ ਦੇ ਮਨ 'ਚ ਇਹੀ ਹੁੰਦੇ ਨੇ ਕਿ ਜੇਕਰ ਅਸੀਂ ਪੈਸੇ ਲਗਾਉਣੇ ਪਏ ਹਾਂ ਤਾਂ ਸਾਲ ਬਾਅਦ 2 ਸਾਲ ਬਾਅਦ ਸਾਡਾ ਫਿਊਚਰ ਕੀ ਹੋਏਗਾ। Exactly. ਤੇ ਹੁਣ ਅਵਿਨਾਸ਼ ਜੀ, ਯੂਕੇ ਸਟੱਡੀ ਵੀਜ਼ਾ ਦੇ ਲਈ ਇਹ ਵੀ ਗੱਲ ਆ ਰਹੀ ਸੀ ਵੀ ਤੁਸੀਂ ਜੇਕਰ ਆਇਲਸ ਕੀਤੀ ਹੈ ਤਾਂ ਵੀ ਜਾ ਸਕਦੇ ਹੋ, ਬਿਨਾਂ ਆਇਲਸ ਤੋਂ ਵੀ ਜਾ ਸਕਦੇ ਹੋ, ਤੇ ਇਹਨਾਂ ਦੋਵਾਂ ਦੇ ਵਿੱਚ ਅੰਤਰ ਕੀ ਹੈ, ਫਾਇਦਾ ਕਿਸ ਦੇ ਵਿੱਚ ਹੋਏਗਾ, ਮੈਂ ਇਹ ਵੀ ਜਾਣਨਾ ਚਾਹੂੰਗੀ। ਜੀ ਬਹੁਤ ਅੱਛਾ ਕੁਐਸਚਨ ਹੈਗਾ। ਅੱਜ ਦੀ ਡੇਟ ਦੇ ਵਿੱਚ ਬਹੁਤ ਸਾਰੇ ਸਟੂਡੈਂਟਸ ਜਿਹੜੇ ਕਿ ਯੂਕੇ ਚਾਹੁੰਦੇ ਕਿ ਅਸੀਂ ਚਲੇ ਜਾਈਏ, ਪਰ ਉਹਨਾਂ ਨੂੰ ਸਮਝ ਨਹੀਂ ਆਉਂਦੀ ਕਿ ਮੇਰੀ ਜਿਹੜੀ ਪ੍ਰੋਫਾਈਲ ਹੈਗੀ ਹੈ ਕਿ ਉਹ ਯੂਕੇ ਲਈ ਐਲੀਜੀਬਲ ਹੈ। ਦੇਖੋ ਅੱਜ ਦੀ ਡੇਟ ਦੇ ਵਿੱਚ ਹਰ ਇੱਕ ਉਹ ਬੱਚਾ ਯੂਕੇ ਜਾ ਸਕਦਾ ਹੈ ਜਿਹੜਾ ਘੱਟੋ ਘੱਟ +2 ਪਾਸ ਹੈ ਜੀ। ਉਹਨਾਂ ਨੇ ਆਈਲੈਟਸ ਕੀਤੀ ਹੈ, ਮਿਨੀਮਮ 6 ਬੈਂਡ ਹੈ, ਨॉट ਲੈਸ ਦੈਨ 5.5 ਹੈਗੇ ਆ, ਉਹ ਜਾ ਸਕਦੇ ਆ। ਪਲੱਸ ਜਿਹੜੇ ਬੱਚੇ ਵਿਦਆਊਟ ਆਈਲੈਟਸ ਜਾਣਾ ਚਾਹੁੰਦੇ ਉਹਨਾਂ ਲਈ ਵੀ ਬਹੁਤ ਸਾਰੀ ਯੂਨੀਵਰਸਿਟੀਜ਼ ਨੇ ਅਪਰਚੂਨਿਟੀ ਦਿੱਤੀ ਹੈ। ਲਾਈਕ ਦਿਸ, ਅਗਰ ਮੈਂ ਗੱਲ ਕਰਾਂ, ਮੈਂ +2 ਪਾਸ ਹਾਂ, ਮੈਂ 2018 ਦੇ ਵਿੱਚ +2 ਕੀਤੀ ਹੈ, ਪਰ ਮੈਂ ਆਈਲੈਟਸ ਨਹੀਂ ਕੀਤੀ, ਜਾਂ ਮੈਂ ਕੀਤੀ ਹੈ ਮੇਰੇ ਓਵਰਆਲ 5.5 ਬੈਂਡ ਰਹੇ, ਹਾਲਾਂ ਮੈਂ 6 ਬੈਂਡ ਨਹੀਂ ਲੈ ਪਾਇਆ। ਪਰ ਅਗਰ ਤੁਹਾਡੇ ਇੰਗਲਿਸ਼ ਦੇ ਵਿੱਚ +2 ਦੇ ਵਿੱਚ, ਬਹੁਤ ਧਿਆਨ ਨਾਲ ਸੁਣਿਓ, ਅਗਰ ਮੇਰੇ +2 ਦੇ ਵਿੱਚ ਇੰਗਲਿਸ਼ ਦੇ ਵਿੱਚ, ਪਾਰਟਿਕੂਲਰ ਇੰਗਲਿਸ਼ ਸਬਜੈਕਟ ਦੇ ਵਿੱਚ ਮੇਰੇ 70% ਨੰਬਰ ਜਾਂ ਉਸ ਤੋਂ ਉੱਪਰ ਹੈਗੇ ਆ, ਮੈਂ ਵਿਦਆਊਟ ਆਈਲੈਟਸ ਅਪਲਾਈ ਕਰ ਸਕਦਾ ਔਰ ਮੇਰਾ ਵੀਜ਼ਾ ਆਏਗਾ। ਜੀ। ਤੇ ਸਕਸੈਸ ਰੇਟ ਕੀ ਹੈ ਵਿਦਆਊਟ ਆਇਲਸ ਜੇਕਰ ਕੋਈ ਫਾਈਲ ਲਗਾਉਂਦੇ ਨੇ ਬੱਚੇ? ਦੇਖੋ ਇੱਕ ਚੀਜ਼ ਹੈਗੀ ਹੈ ਅੱਜ ਦੀ ਡੇਟ ਦੇ ਵਿੱਚ, ਚਾਹੇ ਤੁਸੀਂ ਵਿਦ ਆਈਲੈਟਸ ਲਾਈਏ ਜਾਂ ਵਿਦਆਊਟ ਆਈਲੈਟਸ, ਵੀਜ਼ੇ ਦੋਨਾਂ ਦੇ ਵਿੱਚ ਆਉਂਦੇ। ਫਰਕ ਕੀ ਹੈਗਾ ਕਿ ਅਗਰ ਮੇਰੀ ਇੰਗਲਿਸ਼ ਅੱਛੀ ਹੈ, ਦੇਖੋ ਆਪਾਂ ਜਿਹੜਾ ਬੱਚਾ ਆਈਲੈਟਸ ਕਰਦੇ, ਬਹੁਤ ਸਾਰੀ ਯੂਨੀਵਰਸਿਟੀਜ਼ ਉਹਨਾਂ ਕੋਲ ਕ੍ਰੈਡੀਬਿਲਿਟੀ ਇੰਟਰਵਿਊਜ਼ ਲੈਂਦੇ। ਹੁੰਦਾ ਕਿ ਇੰਟਰਵਿਊ ਦਾ ਮਤਲਬ ਇਹ ਹੈਗਾ ਕਿ ਉਹ ਇਹ ਦੇਖਣਾ ਚਾਹੁੰਦੇ ਹੈਗੇ ਆ ਕਿ ਜਿਹੜਾ ਵੀ ਸਟੂਡੈਂਟ ਸਾਡੇ ਕੋਲ ਆ ਰਿਹਾ ਕਿ ਉਹ ਇਸ ਕਾਬਲ ਹੈਗਾ ਕਿ ਇੰਗਲਿਸ਼ ਬੋਲ ਸਕਦਾ, ਇੰਗਲਿਸ਼ ਨੂੰ ਸਮਝ ਸਕਦਾ। ਕਿਉਂਕਿ ਅਗਰ ਮੈਨੂੰ ਇੰਗਲਿਸ਼ ਬੋਲਣੀ ਨਹੀਂ ਆਉਂਦੀ, ਮੈਨੂੰ ਇੰਗਲਿਸ਼ ਸਮਝਣੀ ਨਹੀਂ ਆਉਂਦੀ, ਤਾਂ ਮੈਂ ਯੂਕੇ ਜਾ ਕੇ ਕਿੱਦਾਂ ਸਟੱਡੀ ਕਰਾਂਗਾ? ਅਗਰ ਮੈਂ ਸਟੱਡੀ ਨਹੀਂ ਕਰ ਪਾਊਂਗਾ ਤਾਂ ਕਿੱਦਾਂ ਪਾਸ ਹੋ ਕੇ ਮੈਂ ਵਰਕ ਪਰਮਿਟ ਲੂੰਗਾ, ਕਿੱਦਾਂ ਮੈਂ ਕੱਲ ਨੂੰ ਜਾ ਕਰਕੇ PR ਲੂੰਗਾ? ਉਹ ਇੱਕ ਕ੍ਰੈਡੀਬਿਲਿਟੀ ਇੰਟਰਵਿਊ ਦਾ ਮੇਨ ਮੁੱਖ ਸਹੀ ਹੈ ਕਿ ਉਹ ਚੈੱਕ ਕਰਨਾ ਚਾਹੁੰਦੇ ਆ ਕਿ ਜਿਹੜਾ ਬੱਚਾ ਸਾਡੇ ਕੋਲ ਅਪਲਾਈ ਕਰ ਰਿਹਾ ਉਹਦੀ ਇੰਗਲਿਸ਼ ਦੀ ਸਮਝ ਕਿੰਨੀ ਕਿਆ ਹੋਣੀ, ਪੰਜਾਬੀ ਦੇ ਵਿੱਚ ਕਹੀਏ। ਹੁਣ ਜਿਹੜੇ ਵਿਦਆਊਟ ਆਈਲੈਟਸ ਬੱਚੇ ਹੈਗੇ ਆ, ਅਗਰ ਉਹਨਾਂ ਦੇ 70% ਤੋਂ ਉੱਪਰ ਨੰਬਰ ਹੈ, ਉਹਨਾਂ ਨੂੰ ਵੀ ਇਹ ਲੱਗਦਾ ਕਿ ਬੱਚਾ ਇੰਗਲਿਸ਼ ਦੇ ਵਿੱਚ ਅੱਛਾ ਹੈ। ਇੰਟਰਵਿਊ ਕ੍ਰੈਡੀਬਿਲਿਟੀ ਕਾਲਜ ਨੇ ਕਾਲਜ ਕਹਿ ਰਹੇ ਯੂਨੀਵਰਸਿਟੀਜ਼ ਨੇ ਲੈਣੀ ਹੈ, ਪਰ ਇਹ ਨਹੀਂ ਹੈਗਾ ਕਿ ਮੈਂ ਇੰਟਰਵਿਊ ਲੈ ਰਿਹਾ ਤੇ ਕਿ ਮੈਂ ਪਾਸ ਨਹੀਂ ਕਰ ਪਾਊਂਗਾ। ਇਹ ਵੀ ਕਾਫੀ ਸਾਰੇ ਬੱਚਿਆਂ ਦੇ ਅੱਜ ਦੀ ਡੇਟ ਦੇ ਵਿੱਚ ਕੁਐਸਚਨਸ ਹੈਗੇ ਆ ਕਿ ਡਰ ਹੈਗਾ। ਪਰ ਪਹਿਲਾਂ ਆਪਾਂ ਇੱਕ ਟੌਪਿਕ ਤੇ ਆਈਏ ਕਿ ਵੀਜ਼ਾ ਸਕਸੈਸ ਰੇਟ ਦੋਨੋਂ ਬੱਚਿਆਂ ਦਾ ਹੈਗਾ, ਚਾਹੇ ਵਿਦ ਆਈਲੈਟਸ ਹੈ ਚਾਹੇ ਉਹ ਵਿਦਆਊਟ ਆਈਲੈਟਸ। ਤੁਸੀਂ ਅਪਲਾਈ ਕਰੋ, ਵੀਜ਼ਾ ਮਿਲ ਸਕਦਾ ਜੀ। ਤੇ ਇਹਦੇ ਲਈ ਫੀ ਸਟਰਕਚਰ ਕੀ ਹੋਏਗਾ? ਵਿਦ ਆਇਲਸ ਵਾਲਿਆਂ ਲਈ ਫੀ ਸਟਰਕਚਰ ਕੋਈ ਅਲੱਗ ਹੁੰਦਾ, ਵਿਦਆਊਟ ਆਇਲਸ ਵਾਲਿਆਂ ਲਈ ਕੋਈ ਅਲੱਗ ਹੁੰਦਾ? ਨਹੀਂ, ਬਿਲਕੁਲ ਨਹੀਂ ਹੈ। ਦੇਖੀਏ ਇੱਕ ਕ੍ਰਾਈਟੇਰੀਆ ਹੈਗਾ ਕਿ ਤੁਸੀਂ ਇੰਨੇ % ਨੰਬਰ ਅਗਰ ਇੰਗਲਿਸ਼ ਦੇ ਵਿੱਚ ਹੈਗੇ, ਮੈਂ ਅਪਲਾਈ ਕਰ ਸਕਦਾ। ਮੇਰੇ ਆਈਲੈਟਸ ਦੇ ਵਿੱਚ 6 ਬੈਂਡ ਹੈ, ਮੈਂ ਅਪਲਾਈ ਕਰ ਸਕਦਾ। ਲੇਕਿਨ ਫੀਸ ਸਟਰਕਚਰ ਦੋਨੋਂ ਕੇਸਾਂ ਦੇ ਵਿੱਚ ਸੇਮ ਹੈ। ਯਾਨੀ ਮੈਂ ਵਿਦ ਆਈਲੈਟਸ ਚਲਾ ਰਿਹਾ ਜਾਂ ਵਿਦਆਊਟ ਆਈਲੈਟਸ ਚਲਾ ਰਿਹਾ, ਮੇਰਾ ਫੀਸ ਸਟਰਕਚਰ ਸੇਮ ਹੈ। ਯਾਨੀ ਮੈਂ +2 ਕੀਤੀ ਹੈ, ਮੈਂ ਬੈਚਲਰ ਲਈ ਜਾ ਰਿਹਾ, ਮੇਰੀ ਬੈਚਲਰ ਦੀ ਫੀਸ ਹੈਗੀ ਹੈ ਉਹ 1 ਸਾਲ ਦੀ 13,000 ਪਾਉਂਡ ਦੇ ਆਸ-ਪਾਸ ਹੈ, ਕੋਈ ਵੀ ਯੂਨੀਵਰਸਿਟੀ ਲਾ ਲਓ। ਅਗਰ ਮੈਂ ਮਾਸਟਰ ਲਈ ਜਾ ਰਿਹਾ, ਮੇਰੀ ਫੀਸ 15,000 ਦੇ ਆਸ-ਪਾਸ ਹੈ। ਯਾਨੀ ਫੀਸ ਸਟਰਕਚਰ ਦੇ ਵਿੱਚ ਕੋਈ ਫਰਕ ਨਹੀਂ ਹੈਗਾ। ਕੋਈ ਵੀ ਤੁਸੀਂ ਯੂਨੀਵਰਸਿਟੀ ਦੇ ਵਿੱਚ ਚੂਜ਼ ਕਰਦੇ ਹੋ, ਤੁਹਾਡਾ ਬੈਚਲਰ ਔਰ ਮਾਸਟਰ ਦਾ ਫੀਸ ਲਗਭਗ ਸੇਮ ਹੈ ਜੀ। ਤੇ ਕੋਰਸਿਸ ਤੇ ਆ ਕੇ ਅਵਿਨਾਸ਼ ਜੀ ਹਮੇਸ਼ਾ ਗੱਲ ਅੜ ਜਾਂਦੀ ਹੈ, ਕਿਉਂਕਿ ਕਈ ਵਾਰ ਇਦਾਂ ਹੁੰਦਾ ਬੱਚੇ ਪੰਜਾਬ ਦੇ ਨੇ, +2 ਕਰਦੇ ਨੇ, ਕਹਿੰਦੇ ਨੇ ਕਿ ਬਾਹਰ ਜਾਣਾ ਆ, ਤੇ ਬੱਚੇ ਬਾਹਰ ਜਾਣ ਦੇ ਲਈ ਹਰ ਜੋ ਉਹਨਾਂ ਦੇ ਕੋਲੋਂ ਪੋਸੀਬਿਲਿਟੀ ਹੁੰਦੀ ਹੈ ਕਰਦੇ ਨੇ, ਤੇ ਏਜੰਟ ਅੱਗੋਂ ਅਜਿਹੇ ਟੱਕਰਦੇ ਨੇ, ਕਹਿ ਦਿੰਦੇ ਨੇ ਵੀ ਬਾਹਰ ਜਾਣਾ ਭੇਜਾਂਗੇ, ਪਰ ਕੋਰਸ ਜੋ ਹੈ ਤੁਹਾਡੀ ਕਈ ਵਾਰ +2 ਤੋਂ ਜਾਂ ਗ੍ਰੈਜੂਏਸ਼ਨ ਤੋਂ ਰੈਲੀਵੈਂਟ ਨਹੀਂ ਹੁੰਦੇ, ਤਾਂ ਜੋ ਰਿਫਿਊਜ਼ਲ ਆਉਣ ਦੇ ਚਾਂਸਸ ਬਣ ਜਾਂਦੇ ਨੇ, ਤਾਂ ਕੋਰਸਿਸ ਕਿਵੇਂ ਚੁਣੇ ਜਾਂਦੇ ਨੇ? ਜੀ ਖੁਸ਼ਬੂ ਜੀ, ਬਹੁਤ ਹੀ ਅੱਛਾ ਕੁਐਸਚਨ ਹੈਗਾ। ਅੱਜ ਦੀ ਡੇਟ ਦੇ ਵਿੱਚ ਅਗਰ ਮੈਂ ਗੱਲ ਕਰਾਂ, ਜਿਨ੍ਹਾਂ ਦੀ ਵੀ ਰਿਫਿਊਜ਼ਲਸ ਆਉਂਦੀ ਹੈ, ਉਹਦੇ ਵਿੱਚ ਇੱਕ ਮੇਨ ਸਭ ਤੋਂ ਵੱਡਾ ਇਹ ਕਾਰਨ ਹੈਗਾ ਕਿ ਮੇਰਾ ਕੋਰਸ ਜਿਹੜੀ ਕੋਰਸ ਸਿਲੈਕਸ਼ਨ ਹੈਗੀ ਆ ਮੇਰੀ, ਉਹ ਸਹੀ ਨਹੀਂ ਹੈਗੀ। ਬਿਲਕੁਲ। ਅਗਰ ਮੇਰੀ ਕੋਰਸ ਸਿਲੈਕਸ਼ਨ ਸਹੀ ਹੈ, ਮੈਂ ਕਹਿੰਦਾ ਉਸ ਬੱਚੇ ਦਾ ਗਰੰਟਡ ਵੀਜ਼ਾ ਆਏਗਾ। ਅੱਜ ਦੀ ਡੇਟ ਦੇ ਵਿੱਚ 99% ਰਿਜੈਕਸ਼ਨ ਉਹ ਬੱਚਿਆਂ ਦੀ ਹੈਗੀ ਹੈ ਜਿਨ੍ਹਾਂ ਦੀ ਕੋਰਸ ਸਿਲੈਕਸ਼ਨ ਸਹੀ ਨਹੀਂ। ਸਪੋਜ਼ ਕਰੋ ਮੈਂ ਕਾਮਰਸ ਦਾ ਸਟੂਡੈਂਟ ਹਾਂ, ਬਿਲਕੁਲ ਠੀਕ ਹੈ, ਔਰ ਮੈਂ ਰੈਲੀਵੈਂਸੀ, ਮੈਨੂੰ ਕਈ ਏਜੰਟ ਕਹਿ ਦਿੰਦੇ ਆ ਕਿ ਉਹ ਤੁਸੀਂ ਬਿਜ਼ਨਸ ਦਾ ਸਪੋਜ਼ ਕੋਰਸ ਲੈ ਰਹੇ ਹੋ, ਉਹਨੂੰ ਬਿਜ਼ਨਸ ਦਾ ਕੋਰਸ ਉਸ ਯੂਨੀਵਰਸਿਟੀ ਦੇ ਵਿੱਚ ਨਹੀਂ ਹੈਗਾ, ਜਾਂ ਇਨਟੇਕ ਕਲੋਜ਼ ਆ ਗਿਆ, ਉਹਦੇ ਕੋਰਸ ਦੀ ਜਿਹੜੀ ਸੀਟਸ ਹੈਗੀਆਂ ਫੁੱਲ ਹੋ ਗਈਆਂ, ਉਹ ਕਹਿੰਦੇ ਤੁਸੀਂ ਛੱਡ ਦਿਓ, ਤੁਸੀਂ ਹਸਪਿਟੈਲਿਟੀ ਲੈ ਲਓ।
ਹਨਾ, ਜਾਂ ਕੋਈ ਬੱਚਾ ਮੇਰਾ ਆਰਟਸ ਦਾ ਹੈਗਾ, ਉਹਨਾਂ ਨੂੰ ਪਤਾ ਲੱਗਾ ਵੀ ਆਰਟਸ ਰਿਲੇਟਡ ਕੋਰਸ ਅਵੇਲੇਬਲ ਨਹੀਂ ਹੈਗਾ, ਐਸੋਸੀਏਟਸ ਆਰਟਸ ਡਿਗਰੀ ਅਵੇਲੇਬਲ ਨਹੀਂ ਹੈਗੀ, ਤਾਂ ਉਹ ਕਹਿੰਦੇ ਹੈਗੇ ਵੀ ਤੁਸੀਂ ਜਿਹੜਾ ਹੈਗਾ ਬਿਜ਼ਨਸ ਲੈ ਲਓ, ਕਿ ਆਰਟਸ ਵਾਲਾ ਬੱਚਾ ਵੀ ਬਿਜ਼ਨਸ ਕਰ ਸਕਦਾ। ਹੁਣ ਤੁਸੀਂ ਆਪ ਸਮਝਦਾਰ ਹੋ, ਜੇ ਮੈਂ ਆਰਟਸ ਦੇ ਸਟੂਡੈਂਟ ਹੈਗਾ ਬਿਜ਼ਨਸ ਕਿੱਦਾਂ ਕਰਾਂ? ਬਿਲਕੁਲ ਇਹੀ ਰੀਜ਼ਨ ਹੈਗਾ ਕਿ ਬਹੁਤ ਸਾਰੇ ਕੇਸਿਸ ਦੇ ਵਿੱਚ ਕੋਰਸ ਸਿਲੈਕਸ਼ਨ ਜਿਹੜੀ ਹੈ ਬਹੁਤ ਇੰਪੋਰਟੈਂਟ ਹੈ। ਤੁਸੀਂ ਜਿਸ ਦੇ ਕੋਲ ਵੀ ਅਪਲਾਈ ਕਰ ਰਹੇ ਹੋ, ਇੱਕ ਚੀਜ਼ ਨੂੰ ਮੇਕ ਸ਼ੋਰ ਕਰੋ ਕਿ ਜਿਹੜਾ ਵੀ ਮੇਰਾ ਕੋਰਸ ਹੈਗਾ ਉਹ ਮੇਰਾ ਰੈਲੀਵੈਂਸ ਹੋਣਾ ਚਾਹੀਦਾ, ਮੇਰੀ ਪ੍ਰੀਵੀਅਸ ਸਟੱਡੀ ਨਾਲ ਰੈਲੀਵੈਂਸ ਹੋਣਾ ਚਾਹੀਦਾ, ਤਦ ਹੀ ਮੈਨੂੰ ਵੀਜ਼ਾ ਮਿਲੇਗਾ। ਜੀ, ਤੇ ਸਟੱਡੀ ਵੀਜ਼ਾ ਤੇ ਗੱਲ ਆਪਾਂ ਕਰ ਰਹੇ ਹਾਂ, ਸਪਾਊਸ ਜਿਹੜੇ ਨੇ ਸਟੱਡੀ ਵੀਜ਼ੇ ਤੇ ਜਾ ਸਕਦੇ ਨੇ, ਕੀ ਚਾਂਸਿਸ ਉਹਨਾਂ ਦੇ ਵੀਜ਼ਾ ਆਉਣ ਦੇ? ਜੀ ਬਹੁਤ ਅੱਛਾ, ਸਾਡੇ ਪੰਜਾਬ ਦੇ ਵਿੱਚ ਬਹੁਤ ਸਾਰੇ ਇਦਾਂ ਦੇ ਕਪਲਸ ਹੈਗੇ ਆ ਜਿਹੜੇ ਚਾਹੁੰਦੇ ਆ ਕਿ ਮੈਰਿਜ ਹੋ ਗਈ ਹੈ ਪਰ ਗੈਪ ਪੈ ਗਿਆ, ਪਰ ਅਸੀਂ ਸੋਚ ਨਹੀਂ ਸਕੇ ਪਹਿਲਾਂ, ਜਾਂ ਮਾਈਂਡ ਨਹੀਂ ਬਣਿਆ ਬਾਹਰ ਜਾਣ ਦਾ, ਪਰ ਹੁਣ ਉਹਨਾਂ ਦਾ ਮਾਈਂਡਸ ਹੈਗਾ ਕਿ ਅਸੀਂ ਦੋਨੋਂ ਹਸਬੈਂਡ ਵਾਈਫ ਬਾਹਰ ਚਲੇ ਜਾਈਏ। ਅਗਰ ਮੈਂ ਅੱਜ ਦੀ ਡੇਟ ਦੇ ਵਿੱਚ ਗੱਲ ਕਰਾਂ, ਕੋਈ ਵੀ ਬੱਚਾ ਅਗਰ ਉਹ ਸਟੱਡੀ ਵੀਜ਼ੇ ਤੇ ਮਾਸਟਰ ਡਿਗਰੀ ਲਈ ਜਾ ਰਿਹਾ, ਉਹਦੇ ਨਾਲ ਸਪਾਊਸ ਉਹਦਾ ਐਜ਼ ਅ ਡਿਪੈਂਡੈਂਟ ਵੀਜ਼ਾ ਜਾ ਸਕਦਾ, ਮਤਲਬ ਉਹਨੂੰ ਫੁੱਲ ਵਰਕਿੰਗ ਰਾਈਟਸ ਹੈਗੇ ਆ ਕੰਮ ਕਰਦੇ। ਜਿੱਦਾਂ ਉਹਦੀ ਸਟੱਡੀ ਖਤਮ ਹੋਏਗੀ, ਉਹਨੂੰ ਜੋ ਵਰਕ ਪਰਮਿਟ ਮੇਨ ਐਪਲੀਕੈਂਟ ਨੂੰ ਮਿਲੇਗਾ, ਸੇਮ ਵਰਕ ਪਰਮਿਟ ਉਹਦੇ ਸਪਾਊਸ ਨੂੰ ਵੀ ਮਿਲੇਗਾ। ਹੁਣ ਇਹਦੇ ਵਿੱਚ ਸਭ ਤੋਂ ਇੰਪੋਰਟੈਂਟ ਚੀਜ਼ ਇਹੀ ਰਹਿੰਦੀ ਹੈ ਕਿ ਸਪਾਊਸ ਉਸ ਕੰਡੀਸ਼ਨ ਦੇ ਵਿੱਚ ਤੁਹਾਡੇ ਨਾਲ ਜਾਊਗਾ ਜੇ ਤੁਹਾਡਾ ਮੇਨ ਐਪਲੀਕੈਂਟ ਜਿਹੜਾ ਹੈਗਾ, ਚਾਹੇ ਉਹ ਲੜਕਾ ਹੈ ਚਾਹੇ ਉਹ ਲੜਕੀ ਹੈ, ਅਗਰ ਉਹ ਮਾਸਟਰ ਲਈ ਜਾ ਰਿਹਾ, ਯਾਨੀ ਮੈਂ ਬੈਚਲਰ ਡਿਗਰੀ ਇੰਡੀਆ ਦੇ ਵਿੱਚ ਕੰਪਲੀਟ ਕੀਤੀ ਹੋਈ ਹੈ ਔਰ ਮੈਂ ਮਾਸਟਰ ਲਈ ਜਾ ਰਿਹਾ, ਦੈਨ ਤੁਹਾਡੇ ਨਾਲ ਸਪਾਊਸ ਜਾ ਸਕਦਾ। ਅਗਰ ਮੈਂ +2 ਪਾਸ ਹਾਂ ਔਰ ਮੈਂ ਬੈਚਲਰ ਡਿਗਰੀ ਲਈ ਜਾ ਰਿਹਾ, ਤਾਂ ਮੇਰੇ ਨਾਲ ਸਪਾਊਸ ਨਹੀਂ ਜਾ ਸਕਦਾ। ਨਹੀਂ ਜਾ ਸਕਦਾ ਜੀ। ਤੇ ਉਸ ਤੋਂ ਬਾਅਦ ਕਿੰਨੇ ਟਾਈਮ ਬਾਅਦ ਸਪਾਊਸ ਜਾ ਸਕਦਾ ਨਾਲ? ਕਿਉਂਕਿ ਫਰਦਰ ਜੇਕਰ ਆਪਾਂ ਸਪਾਊਸ ਵੀਜ਼ਾ ਲਗਾਉਂਦੇ ਹਾਂ, ਪਹਿਲਾਂ ਮੇਲ ਜਾਂ ਫੀਮੇਲ ਕੋਈ ਇੱਕ ਜਣਾ ਜਾਂਦਾ, ਤੇ ਕਿੰਨੇ ਸਮੇਂ ਬਾਅਦ ਸਪਾਊਸ ਜਾ ਸਕਦਾ? ਕਿਉਂਕਿ ਇਹ ਸਵਾਲ ਹੁੰਦੇ ਨੇ ਵੀ ਅਸੀਂ ਜੇਕਰ ਸਪਾਊਸ ਵੀਜ਼ਾ ਲਵਾਤਾ ਤਾਂ ਮੈਂ ਕਦੋਂ ਜਾਊਂਗਾ, ਦੂਜੇ ਦੇ ਮਨ 'ਚ ਸਵਾਲ ਹੁੰਦੇ ਨੇ। ਦੇਖिए, यूके ने बहुत ही अच्छी अपॉर्चुनिटीज़ स्टूडेंट ਨੂੰ ਦਿੱਤੀ ਹੈ, ਅਗਰ ਉਹ ਸਹੀ ਪਰਸਨ ਹੈ, ਉਹਨਾਂ ਦੀ ਮੈਰਿਜ ਜੈਨੂਇਨ ਹੈ ਔਰ ਉਹਨਾਂ ਨੇ ਆਪਣੀ ਬੈਚਲਰ ਕੰਪਲੀਟ ਇੰਡੀਆ ਦੇ ਵਿੱਚ ਕੀਤੀ ਹੈ ਔਰ ਉਹ ਮਾਸਟਰ ਲਈ ਜਾ ਰਹੇ ਹੈਗੇ, ਤਾਂ ਜਿਹੜਾ ਤੁਹਾਡਾ ਸਪਾਊਸ ਹੈ ਸੇਮ ਟਾਈਮ ਤੁਹਾਡੇ ਨਾਲ ਤੁਸੀਂ ਇਕੱਠੇ ਫਲਾਈ ਕਰ ਸਕਦੇ ਹੋ ਜੀ। ਔਰ ਇਹ ਬਹੁਤ ਅੱਛੀ ਚੀਜ਼ ਹੈਗੀ ਹੈ ਕਿ ਯੂਕੇ ਕਦੀ ਵੀ ਇਹ ਨਹੀਂ ਦੇਖਦਾ ਕਿ ਤੁਹਾਡੇ ਸਪਾਊਸ ਦੀ ਕੁਆਲੀਫਿਕੇਸ਼ਨ ਕੀ ਹੈ। ਅਗਰ ਆਸਟ੍ਰੇਲੀਆ ਦੀ ਗੱਲ ਕਰਾਂ, ਆਸਟ੍ਰੇਲੀਆ ਕਹਿੰਦਾ ਮੇਨ ਐਪਲੀਕੈਂਟ ਵੀ ਗ੍ਰੈਜੂਏਟ ਹੋਣਾ ਚਾਹੀਦਾ, ਸਪਾਊਸ ਵੀ ਗ੍ਰੈਜੂਏਟ ਹੈ, ਦੈਨ ਤੁਸੀਂ ਇਕੱਠੇ ਜਾ ਸਕਦੇ ਹੋ। ਲੇਕਿਨ ਯੂਕੇ ਦੇ ਵਿੱਚ ਅਗਰ ਤੁਹਾਡਾ ਮੇਨ ਐਪਲੀਕੈਂਟ ਬੈਚਲਰ ਡਿਗਰੀ ਲਈ ਜਾ ਰਿਹਾ, ਤੇ ਮੈਨੇ ਨਹੀਂ ਰੱਖਦਾ ਕਿ ਸਪਾਊਸ ਕਿੰਨਾ ਪੜਿਆ, ਤੁਸੀਂ 10 ਪੜ੍ਹੇ ਹੋ, ਤੁਸੀਂ +2 ਹੋ, ਤੁਸੀਂ ਗ੍ਰੈਜੂਏਟ ਹੋ, ਤੁਸੀਂ ਨਾਲ ਜਾ ਸਕਦੇ ਹੋ ਔਰ ਸੇਮ ਫਲਾਈਟ ਦੇ ਵਿੱਚ ਤੁਸੀਂ ਇਕੱਠੇ ਯੂਕੇ ਜਾ ਕਰਕੇ ਆਪਣੇ ਸੁਪਨਿਆਂ ਨੂੰ ਸਾਕਾਰ ਕਰ ਸਕਦੇ ਹੋ। ਜੀ, ਇਹ ਤਾਂ ਬਹੁਤ ਵਧੀਆ ਗੱਲ ਹੈ, ਕਿਉਂਕਿ ਅਕਸਰ ਗੱਲ ਇੱਥੇ ਹੀ ਆ ਕੇ ਅੜ ਜਾਂਦੀ ਹੈ। ਸਪਾਊਸ ਵੀਜ਼ਾ ਜੇਕਰ ਲਵਾਉਣਾ ਤਾਂ ਫਿਰ ਦੂਸਰਾ ਬੰਦਾ ਕਦੋਂ ਜਾਏਗਾ, ਤੁਹਾਡਾ ਸਪਾਊਸ ਕਦੋਂ ਜਾਏਗਾ? ਤੇ ਤੁਸੀਂ ਜੇਕਰ ਸਪਾਊਸ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਤਾਂ ਬਹੁਤ ਵਧੀਆ ਆਪਸ਼ਨ ਹੈ ਯੂਕੇ ਦੇ ਲਈ। ਤੁਸੀਂ ਸਪਾਊਸ ਵੀਜ਼ੇ ਤੇ ਅਪਲਾਈ ਜੇਕਰ ਕਰਦੇ ਹੋ ਤਾਂ ਸੇਮ ਫਲਾਈਟ ਦੇ ਵਿੱਚ ਜਾ ਸਕਦੇ ਹੋ। ਤੇ ਅਵਿਨਾਸ਼ ਜੀ, ਇਸ ਤੋਂ ਬਾਅਦ ਗੱਲ ਆਉਂਦੀ ਹੈ ਪੇਮੈਂਟ ਆਫਟਰ ਵੀਜ਼ਾ, ਤੇ ਇਹ ਜੋ ਪ੍ਰੋਸੀਜਰ ਹੈ ਕਿੰਨਾ ਕੁ ਸਕਸੈਸਫੁਲ ਹੁੰਦਾ ਹੈ? ਕਿਉਂਕਿ ਜੋ ਏਜੰਟ ਨੇ ਬੱਚੇ ਨੂੰ ਆਪਣੇ ਵੱਲ ਅਟਰੈਕਟ ਕਰ ਲੈਂਦੇ ਨੇ, ਪਰ ਬਾਅਦ ਦੇ ਵਿੱਚ ਸੱਚ ਕੁਝ ਹੋਰ ਹੀ ਨਿਕਲਦਾ। ਦੇਖੋ, ਦੋ ਚੀਜ਼ਾਂ ਹੈਗੀਆਂ ਅੱਜ ਦੀ ਡੇਟ ਦੇ ਵਿੱਚ। ਇੱਕ ਸਾਡੇ ਨਾ ਪੰਜਾਬੀ ਲੋਕਾਂ ਦੀ ਇੱਕ ਮੈਂਟੈਲਿਟੀ ਹੋ ਗਈ ਹੈ ਕਿ ਜਿਹੜਾ ਬੰਦਾ ਸਾਰੇ ਪੈਸੇ ਆਫਟਰ ਵੀਜ਼ਾ ਲੈ ਰਿਹਾ ਨਾ, ਉਹੀ ਸਹੀ ਕੰਮ ਕਰਦਾ ਪਿਆ। ਦੇਖੋ, ਇੱਕ ਚੀਜ਼ ਵੀ ਪ੍ਰੈਕਟੀਕਲ ਆਪਾਂ ਸਾਰੇ ਸਮਝਦਾਰ ਹੈ ਕਿ ਕੋਈ ਵੀ ਬੰਦਾ ਆਪਣੇ ਕੋਲੋਂ ਪੈਸੇ ਤਾਂ ਨਹੀਂ ਲਗਾਉਂਦਾ। ਬਿਲਕੁਲ ਠੀਕ ਹੈ, ਅਗਰ ਉਹ ਕੋਲੋਂ ਪੈਸੇ ਲਗਾ ਰਿਹਾ ਤਾਂ ਉਹਨੇ ਉਹਦਾ ਇੰਟਰਸਟ ਤਾਂ ਲੈਣਾ ਹੀ ਲੈਣਾ ਤੁਹਾਡੇ ਕੋਲ। ਯਾਨੀ ਜਿਹੜਾ ਕੰਮ ਤੁਹਾਡਾ 8-10 ਤੋਂ 12 ਲੱਖ ਦੇ ਵਿੱਚ ਹੋ ਸਕਦਾ, ਉਹਦਾ ਤੁਸੀਂ 15-16 ਲੱਖ ਰੁਪਏ ਭਰਦੇ ਪਏ ਹੋ। ਬਿਲਕੁਲ। ਫਸਟ। ਸੈਕਿੰਡ ਚੀਜ਼ ਹੈਗੀ ਹੈ ਕਿ ਜੋ ਪ੍ਰੋਸੀਜਰ ਉਹਨਾਂ ਨੇ ਤੁਹਾਡੇ ਕੋਲੋਂ ਵੀਜ਼ਾ ਲੈਣ ਤੋਂ ਬਾਅਦ ਕਹਿੰਦੇ ਨੇ ਜੇ ਆਫਟਰ ਵੀਜ਼ਾ ਪੇਮੈਂਟ, ਉਹਨਾਂ ਨੇ ਵੀ ਉਹੀ ਕਰਨਾ, ਤੇ ਆਪਾਂ ਹੀ ਕਿਉਂ ਨਹੀਂ ਕਰ ਲੈਂਦੇ? ਅਸੀਂ ਵੀ ਕਲਾਇੰਟ ਨੂੰ ਪੇਮੈਂਟ ਆਫਟਰ ਵੀਜ਼ਾ ਪੇ ਕਰਨੀ ਹੈ ਤਾਂ ਆਪਾਂ ਪਹਿਲਾਂ ਹੀ ਕਰਕੇ ਆਪਣਾ 4-5 ਲੱਖ ਰੁਪਏ ਆਪਾਂ ਬਚਾ ਸਕਦੇ ਹਾਂ। ਅੱਜ ਦੀ ਡੇਟ ਦੇ ਵਿੱਚ ਬਹੁਤ ਸਾਰੇ ਸੋਚਦੇ ਆ ਕਿ ਅਸੀਂ ਪੈਕੇਜ ਦੇਵਾਂਗੇ ਤਾਂ ਸਾਡਾ ਜਿਹੜਾ ਹੈਗਾ ਏਜੰਟ ਵਧੀਆ ਕੰਮ ਕਰੂਗਾ। ਇੱਦਾਂ ਦਾ ਕੁਝ ਨਹੀਂ ਹੈਗਾ, ਕੰਮ ਤੁਹਾਡੀ ਪ੍ਰੋਫਾਈਲ ਨੇ ਕਰਨਾ। ਬਿਲਕੁਲ। ਅਗਰ ਤੁਹਾਡੀ ਪ੍ਰੋਫਾਈਲ ਅੱਛੀ ਹੈਗੀ ਹੈ, ਤੁਹਾਨੂੰ ਵੀਜ਼ਾ ਮਿਲਣਾ ਹੀ ਮਿਲਣਾ ਹੈ, ਚਾਹੇ ਤੁਸੀਂ ਆਫਟਰ ਵੀਜ਼ਾ ਪੇਮੈਂਟ ਕਰੋ ਜਾਂ ਤੁਸੀਂ ਫੀਸ ਕੋਲੋਂ ਪੇ ਕਰਕੇ ਪੇਮੈਂਟ ਕਰੋ ਜੀ। ਔਰ ਨੁਕਸਾਨ ਦੀ ਗੱਲ ਕਰਾਂ ਤਾਂ ਕੀ ਅਗਰ ਅੱਜ ਦੀ ਡੇਟ ਦੇ ਵਿੱਚ ਆਪਾਂ ਕਈ ਵਾਰ ਸੋਚਦੇ ਹਾਂ ਕਿ ਅਸੀਂ ਅਗਰ ਪੈਕੇਜ ਕਰਾਂਗੇ ਮੇਰਾ ਨੁਕਸਾਨ ਘੱਟ ਹੋਏਗਾ, ਜੇ ਅਸੀਂ ਪੈਕੇਜ ਨਹੀਂ ਕਰਦੇ ਸਾਡੇ ਪੈਸੇ ਜ਼ਿਆਦਾ ਖਰਾਬ ਹੋਣਗੇ ਜੇ ਮੇਰਾ ਵੀਜ਼ਾ ਨਹੀਂ ਲੱਗਾ। ਇੱਦਾਂ ਨਹੀਂ ਹੈਗਾ। ਅਗਰ ਮੇਰਾ ਵੀਜ਼ਾ ਨਹੀਂ ਲੱਗਦਾ, ਤੁਹਾਡੀ ਅੰਬੈਸੀ ਫੀਸ ਕਿਸੇ ਵੀ ਕੇਸ ਦੇ ਵਿੱਚ ਵਾਪਸ ਨਹੀਂ ਆਉਂਦੀ, ਆਪਾਂ ਸਾਰਿਆਂ ਨੂੰ ਪਤਾ। ਤੁਸੀਂ ਕਿਸੇ ਜਿਹੜੇ ਨਾਲ ਪੈਕੇਜ ਕਰ ਦਿਓ ਵੀ ਕਹੋਗਾ ਸਰ ਅੰਬੈਸੀ ਫੀਸ ਤੁਹਾਡੀ। ਉਸ ਤੋਂ ਬਾਅਦ ਗੱਲ ਰਹੀ ਟਿਊਸ਼ਨ ਫੀਸ ਦੀ।
100% ट्यूशन फीस रिफंड है अगर मेरा वीज़ा रिफ्यूज़ हो जाता है। जी हेल्थ इंश्योरेंस जाती है वो भी 100% रिफंडेबल है अगर मेरा वीज़ा रिफ्यूज़ हो जाता ਤੇ ਰਿਸਕ ਤਾਂ ਮੇਰਾ ਇੱਕ ਕੰਬੈਸੀ ਫੀਸ ਦਾ ਹੀ ਰਹਿ ਗਿਆ। ਉਹ ਆਪਾਂ ਕੰਬੈਸੀ ਫੀਸ ਦਾ ਰਿਸਕ ਲੈਣ ਲਈ ਆਪਾਂ ਜਿਹੜਾ ਹੈਗਾ ਆਪਣੇ ਪੈਸੇ 4-5 ਲੱਖ ਰੁਪਏ ਜ਼ਿਆਦਾ ਖਰਚਣੇ। ਬਿਲਕੁਲ ਇਹ ਮੈਨੂੰ ਲੱਗਦਾ ਹੈ ਕਿ ਤੁਹਾਨੂੰ ਨਹੀਂ ਕਰਨਾ ਚਾਹੀਦਾ, ਪੈਸੇ ਬਚਾਉਣੇ ਚਾਹੀਦੇ ਆ। ਉਹੀ ਪੈਸੇ ਤੁਸੀਂ ਬਚਾ ਕੇ ਨਾਲ ਲੈ ਕੇ ਜਾਓ, ਤੁਹਾਡੇ ਉੱਥੇ ਤੁਹਾਡੇ ਸੈਟਲ ਹੋਣ ਦੇ ਵਿੱਚ ਤੁਹਾਡੀ ਹੈਲਪ ਹੋਏਗੀ। ਬਿਲਕੁਲ। ਤੇ ਅਵਿਨਾਸ਼ ਜੀ ਇੱਕ ਸਵਾਲ ਮੇਰੇ ਮਨ ਦੇ ਵਿੱਚ ਵੀ ਰਿਹਾ ਕਿ ਏਜੰਟ ਨੇ ਆਪਣੇ ਵੱਲ ਬੱਚੇ ਨੂੰ ਅਟਰੈਕਟ ਕਰਦੇ ਨੇ, ਭਾਵੇਂ ਉਹ ਸਪਾਊਸ ਵੀਜ਼ਾ, ਭਾਵੇਂ ਸਟੱਡੀ ਵੀਜ਼ਾ, ਭਾਵੇਂ ਵਰਕ ਪਰਮਿਟ ਹੈ, ਪਰ ਮੇਨ ਅੱਜ ਆਪਾਂ ਗੱਲ ਸਟੱਡੀ ਵੀਜ਼ੇ ਦੀ ਕਰਦੇ ਪਏ ਹਾਂ ਕਿ ਭਰਮਾਉਂਦੇ ਨੇ, ਪੈਸੇ ਠੱਗ ਲੈਂਦੇ ਨੇ, ਬਾਅਦ ਦੇ ਵਿੱਚ ਚੱਕਰ ਲਗਾਉਂਦੇ ਨੇ ਬੱਚੇ ਕਿ ਸਾਡਾ ਵੀਜ਼ਾ ਕਿੱਥੇ, ਜੇ ਨਹੀਂ ਵੀਜ਼ਾ ਆਇਆ ਤੇ ਸਾਡੇ ਪੈਸੇ ਵਾਪਸ ਦਿਓ। ਪਰ ਉਸ ਤੋਂ ਬਾਅਦ ਕਈ ਵਾਰ ਲੜਾਈ ਝਗੜੇ ਦਾ ਮਾਹੌਲ ਵੀ ਬਣਦਾ ਇਮੀਗ੍ਰੈਂਟਸ ਦੇ ਵਿੱਚ, ਜ਼ਿਆਦਾਤਰ ਇਹ ਦੇਖਿਆ ਜਾਂਦਾ। ਤੇ ਤੁਹਾਡੀ ਕੰਪਨੀ ਦੇ ਵਿੱਚ ਐਸਾ ਕੀ ਹੈ ਕਿ ਤੁਹਾਡੇ ਕੋਲ ਕਿਉਂ ਆਣ ਬੱਚੇ, ਤੁਸੀਂ ਅਗਲੇ ਦਾ ਵਿਸ਼ਵਾਸ ਕਿਵੇਂ ਜਿੱਤੋਗੇ? ਜੀ ਬਹੁਤ ਹੀ ਮੈਡਮ ਤੁਸੀਂ ਸਹੀ ਖੁਸ਼ਬੂ ਜੀ ਗੱਲ ਕੀਤੀ ਹੈਗੀ ਹੈ। ਕਾਫੀ ਸਾਰੇ ਲੋਕ ਇਹ ਸੋਚਦੇ ਹੈਗੇ ਆ ਔਰ ਅੱਜ ਦੀ ਰੋਜ਼ ਨਿਤ ਖਬਰ ਆਉਂਦੀ ਹੈ ਕਿ ਮੇਰੇ ਇੰਨੇ ਲੱਖ ਰੁਪਏ ਦਾ ਨੁਕਸਾਨ ਹੋ ਗਿਆ, ਮੇਰਾ ਵੀਜ਼ਾ ਨਹੀਂ ਲੱਗਾ, ਜਾਂ ਉਹ ਬੰਦਾ ਨੇ ਪੈਸੇ ਲਏ, ਮੇਰਾ ਏਜੰਟ ਭੱਜ ਗਿਆ। ਦੇਖੋ ਅੱਜ ਦੀ ਡੇਟ ਦੇ ਵਿੱਚ ਇੰਟਰਨੈਟ ਸਾਰੇ ਬੰਦੇ ਕੋਲ, ਹਰ ਬੰਦੇ ਦੇ ਹੱਥ ਦੇ ਵਿੱਚ ਫੋਨ ਹੈਗਾ, ਹਰ ਬੰਦੇ ਕੋਲ ਇੰਟਰਨੈਟ ਅਵੇਲੇਬਲ। ਤੁਸੀਂ ਜਿਸ ਵੀ ਬੰਦੇ ਕੋਲ ਜਾ ਰਹੇ ਹੋ ਪਹਿਲਾਂ ਤਾਂ ਇਹ ਦੇਖੋ ਕਿ ਉਹ ਬੰਦਾ ਕਦੋਂ ਦਾ ਬੈਠਾ। ਸਾਡੇ ਆਫਿਸ ਨੂੰ 8 ਸਾਲ ਹੋ ਗਏ ਚੱਲਦੇ ਨੂੰ, ਸੇਮ ਜਗ੍ਹਾ ਦੇ ਵਿੱਚ ਆਪਾਂ 8 ਸਾਲ ਤੋਂ ਆਫਿਸ ਹੈਗਾ ਆਪਣਾ। ਜੀ ਸੈਕਿੰਡ ਚੀਜ਼ ਹੈ ਪੰਜਾਬ ਗਵਰਨਮੈਂਟ ਨੇ ਇੱਕ ਸਾਡਾ ਲਾਇਸੈਂਸ ਬਣਾਉਣ ਦੀ ਇੱਕ ਕੋਸ਼ਿਸ਼ ਕੀਤੀ ਸੀ ਕਿ ਵੀ ਜਿੰਨੇ ਵੀ ਅੱਛੇ ਏਜੰਟ ਹੈ ਸਾਰੇ ਆਥੋਰਾਈਜ਼ ਕੀਤੇ ਜਾਣ, ਕਿ ਉਹਨਾਂ ਦੀ ਸਾਰੀ ਬੈਕਗਰਾਉਂਡ ਚੈੱਕ ਕਰਕੇ ਕੀਤੀ ਜਾਣ, ਫਿਰ ਉਹਨਾਂ ਨੂੰ ਲਾਇਸੈਂਸ ਦਿੱਤੇ ਆ ਕਿ ਇਹ ਜੈਨੂਇਨ ਬੰਦੇ, ਅਗਰ ਤੁਸੀਂ ਇਹਨਾਂ ਦੇ ਥਰੂ ਕੰਮ ਕਰਦੇ ਹੋ ਤੁਹਾਡਾ ਨੁਕਸਾਨ ਨਹੀਂ ਹੋਏਗਾ। ਜੀ ਇਹ ਦੇਖੋ। ਸੈਕਿੰਡ ਚੀਜ਼ ਤੁਸੀਂ ਇਹ ਨੈਟ ਦੇ ਵਿੱਚ ਜਾ ਕੇ ਸਾਡੇ ਰਿਵਿਊਜ਼ ਚੈੱਕ ਕਰੋ, ਜਿਹਦੇ ਵੀ ਬੰਦੇ ਕੋਲ ਜਾ ਰਹੇ ਆ ਕਿ ਉਸ ਬੰਦੇ ਦੇ ਰਿਵਿਊ ਹੈ, ਪਬਲਿਕ ਉਹਦੇ ਬਾਰੇ ਕੀ ਕਹਿੰਦੀ ਹੈ। ਦੇਖੋ ਮੈਂ ਆਪਣੇ ਬਾਰੇ ਕੁਝ ਵੀ ਕਹਿ ਸਕਦਾ, ਪਰ ਤੁਸੀਂ ਮੇਰੇ ਬਾਰੇ ਕੀ ਕਹਿੰਦੇ ਹੋ ਡਿਪੈਂਡ ਤਾਂ ਇਹ ਕਰਦਾ ਨਾ ਸਰ। ਜੀ ਹਮੇਸ਼ਾ ਸਾਡੇ ਕੋਲ ਆਉਣ ਦਾ ਇਹੀ ਬੈਨੀਫਿਟ ਹੈਗਾ ਤੁਹਾਨੂੰ ਕਿ 8 ਸਾਲ ਪੁਰਾਣੀ ਕੰਪਨੀ ਹੈ, ਪੰਜਾਬ ਗਵਰਨਮੈਂਟ ਦਾ ਲਾਇਸੈਂਸ ਹੈ, 8 ਸਾਲ ਤੋਂ ਇੱਕ ਜਗ੍ਹਾ ਬੈਠੇ ਹੋਏ ਆ। ਸਾਡੇ ਗੂਗਲ ਦੇ ਵਿੱਚ ਤੁਸੀਂ ਰਿਵਿਊ ਚੈੱਕ ਕਰੋ, ਸਾਡਾ ਇੱਕੋ ਇੱਕ ਮੋਟੋ ਰਿਹਾ ਹੈਗਾ, ਲੋਕ ਕਿ ਆਪਾਂ ਨੂੰ ਇਹੀ ਕਿਹਾ ਸਮਝਦੇ ਹੈਗੇ ਅੱਜ ਵੀ ਅਸੀਂ ਬਣਾਈ ਹੈ ਕਿ ਅਗਰ ਸਹੀ ਇਨਫੋਰਮੇਸ਼ਨ ਲੈਣੀ ਹੈ ਤੁਸੀਂ ਪ੍ਰਿਥਵੀ ਓਵਰਸੀਜ਼ ਚਲੇ ਜਾਓ ਜੀ। ਤਾਂ ਸਾਡੇ ਕੋਲ ਆਉਣ ਨੂੰ ਤੁਹਾਨੂੰ ਟਰਸਟੇਬਲ ਕੰਮ ਮਿਲੇਗਾ ਵਿਦਾਊਟ ਹੈਜ਼ਿਟੇਸ਼ਨ। ਹੁੰਦਾ ਕਿ ਕਈ ਏਜੰਟ ਕੋ ਜਦੋਂ ਅਸੀਂ ਜਾਂਦੇ ਆ, ਭਾਜੀ ਅੱਜ ਤੁਹਾਡਾ ਆ ਪੇਪਰ ਘੱਟ ਹੈ ਤੁਸੀਂ ਆ ਲਿਆਓ, ਤੁਸੀਂ ਸਰ ਅੱਜ ਆ ਪੇਪਰ ਘੱਟ ਹੈ ਜਮ੍ਹਾਂ ਕਰਾਓ, ਆ ਫੀਸ ਜਮ੍ਹਾਂ ਕਰਾ ਦਿਓ। ਸਾਡਾ ਇਦਾਂ ਦਾ ਕੁਝ ਨਹੀਂ, ਮਤਲਬ ਤੁਹਾਡੇ ਵੀਜ਼ੇ ਦਾ 50 ਚੱਕਰ ਉਹ ਲਗਵਾ ਦਿੰਦੇ ਆਫਿਸ ਦੇ ਵਿੱਚ। ਹਨਾ ਉਹਨੂੰ ਲੱਗਦਾ ਹੈ ਕਿ ਪਤਾ ਨਹੀਂ ਅਸੀਂ ਕਲਾਇੰਟ ਕੋ ਜ਼ਿਆਦਾ ਚੱਕਰ ਲਗਾਉਂਦੇ ਆ ਤਾਂ ਅਸੀਂ ਜ਼ਿਆਦਾ ਵਧੀਆ ਉਹਨੂੰ ਸ਼ੋਅ ਕਰਾਂਗੇ। ਇਦਾਂ ਦਾ ਕੁਝ ਨਹੀਂ ਹੈਗਾ। ਸਾਡੇ ਕੋਲ ਇੱਕੋ ਇੱਕ ਚੀਜ਼ ਹੈਗੀ ਹੈ ਕਿ ਤੁਸੀਂ ਫਸਟ ਡੇ ਆਣਾ, ਆਪਾਂ ਤੁਹਾਨੂੰ ਫਸਟ ਡੇ ਦੱਸਣਾ ਸਰ ਤੁਹਾਡੇ ਲਈ ਆਹ ਡਾਕੂਮੈਂਟ ਸਾਨੂੰ ਚਾਹੀਦੇ, ਤੁਹਾਡੇ ਕੋਲੋਂ ਤੁਸੀਂ ਆਪ ਪ੍ਰੋਵਾਈਡ ਕਰਾਣੇ, ਅਸੀਂ ਤੁਹਾਨੂੰ ਕੋ ਪੈਸੇ ਲੈ ਰਹੇ ਹਾਂ, ਅਸੀਂ ਤੁਹਾਡੇ ਕੋਲ ਆਹ ਸਰਵਿਸਿਜ਼ ਅਸੀਂ ਤੁਹਾਨੂੰ ਪ੍ਰੋਵਾਈਡ ਕਰਾਂਗੇ ਤਾਂ ਕਿ ਤੁਹਾਡੀ ਹਰਾਸਮੈਂਟ ਘੱਟ ਹੋਵੇ। ਹੁਣ ਤੁਸੀਂ ਇੰਨੀ ਦੂਰੋਂ ਸਪੋਜ਼ ਕਰੋ ਤੁਸੀਂ 3 ਘੰਟੇ ਦੂਰੀ ਦੀ ਡਰਾਈਵ ਕਰਕੇ ਆ ਰਹੇ ਹੋ, ਮੈਂ ਤੁਹਾਨੂੰ ਹਰ ਹਫਤੇ ਕਹਾਂ 3 ਚੱਕਰ ਲਾਓ, ਤਾਂ ਕੀ ਤੁਸੀਂ ਸਮਝੋਗੇ ਯਾਰ ਅਸੀਂ ਤਾਂ ਫਸ ਗਏ। ਬਿਲਕੁਲ ਸਾਡੇ ਕੋਲ ਇਹੀ ਚੀਜ਼ ਤੁਹਾਨੂੰ ਮਿਲੂਗੀ ਕਿ ਤੁਹਾਡੇ ਹਰਾਸਮੈਂਟ ਘੱਟ ਹੈ। ਇੱਕ ਵਾਰੀ ਤੁਹਾਨੂੰ ਅਸੀਂ ਜੋ ਚੀਜ਼ ਦੱਸਾਂਗੇ ਐਂਡ ਤੱਕ ਉਹੀ ਰਹੇਗੀ। ਔਰ ਸਾਡੀ ਅਸੀਂ ਇੱਕ ਰਿਸਪੌਂਸਿਬਿਲਿਟੀ ਲੈਂਦੇ ਹਾਂ ਕਿ ਕੋਈ ਵੀ ਬੰਦਾ ਸਾਡੇ ਕੋਲ ਚੱਲ ਕੇ ਆਇਆ ਅਸੀਂ ਉਹਨੂੰ ਵੀਜ਼ਾ ਲਗਵਾ ਕੇ ਦੇਣਾ ਹੈ, ਇਹ ਸਾਡੀ ਰਿਸਪੌਂਸਿਬਿਲਿਟੀ ਹੈ, ਨਾ ਕਿ ਅਸੀਂ ਇਹ ਸੋਚਣਾ ਕਿ ਸਾਡਾ ਕੰਮ ਹੈਗਾ ਬੰਦਾ ਆ ਗਿਆ ਪੈਸੇ ਦੇਤੇ ਉਹ ਲੱਗੇ ਨਾ ਲੱਗੇ ਉਹਦੀ ਟੈਨਸ਼ਨ। ਬਿਲਕੁਲ ਆਪਾਂ ਇਹ ਲੈ ਕੇ ਚੱਲਦੇ ਕਿ ਜਿਹੜਾ ਵੀ ਬੰਦਾ ਸਾਡੇ ਕੋਲ ਚੱਲ ਕੇ ਆਇਆ ਆਪਾਂ ਉਹਦਾ ਕੰਮ ਕਰਾ ਕੇ ਦੇਣਾ ਹੈ, ਸਾਨੂੰ ਇਹਦੇ ਵਿੱਚ ਜ਼ਿਆਦਾ ਖੁਸ਼ੀ ਹੈ। ਤੇ ਅਵਿਨਾਸ਼ ਜੀ ਹੁਣ ਓਵਰਆਲ ਆਪਾਂ ਗੱਲ ਕੀਤੀ ਤੇ ਮੇਨ ਐਲੀਜੀਬਿਲਟੀ ਕੀ ਹੈ ਯੂਕੇ ਸਟੱਡੀ ਵੀਜ਼ਾ ਦੇ ਲਈ, ਜੇਕਰ ਬੱਚੇ ਜਾਣਾ ਚਾਹੁੰਦੇ ਨੇ, ਭਾਵੇਂ ਕੋਈ ਵੀ ਏਜ ਗੈਪ ਹੋਵੇ ਭਾਵੇਂ ਸਟੱਡੀ ਗੈਪ ਹੋਵੇ, ਮੇਨ ਐਲੀਜੀਬਿਲਟੀ ਕੀ ਹੈ? ਜੀ ਬਹੁਤ ਅੱਛੀ। ਦੇਖੋ ਜਿਹੜਾ ਕੁਐਸਚਨ ਸਭ ਤੋਂ ਪਹਿਲਾਂ ਚਾਹੀਦਾ ਸੀਗਾ ਆਪਾਂ ਸਭ ਤੋਂ ਬਾਅਦ ਚ ਆ ਰਹੇ ਉਸ ਕੁਐਸਚਨ ਤੇ। ਹੁੰਦਾ ਕੀ ਹੈਗਾ ਕਿ ਜਿਹੜਾ ਵੀ ਬੱਚਾ +2 ਪਾਸ ਹੈ ਉਹ ਯੂਕੇ ਜਾਣ ਲਈ ਐਲੀਜੀਬਲ ਹੈ। ਫਸਟ ਤਾਂ ਇਹ ਚੀਜ਼ ਹੈ। ਸੈਕਿੰਡ ਚੀਜ਼ ਆ ਗਈ ਹੈ ਕਿ ਸਟੈਪ ਕਿ ਮੈਂ ਉਹਦੀ ਆਈਲੈਟਸ ਕੀਤੀ ਹੈ ਕਿ ਨਹੀਂ ਕੀਤੀ। ਅਗਰ ਮੈਂ ਆਈਲੈਟਸ ਕੀਤੀ ਹੈਗੀ ਹੈ ਮੈਂ ਜਾ ਸਕਦਾ, ਮੇਰੇ ਇੰਗਲਿਸ਼ ਤੋਂ 70% ਨੰਬਰ ਹੈਗੇ +2 ਦੇ ਵਿੱਚ, ਮੈਂ ਐਲੀਜੀਬਲ ਹੈਗਾ। ਹੁਣ ਦੂਸਰਾ ਕੁਐਸਚਨ ਸਭ ਤੋਂ ਇੰਪੋਰਟੈਂਟ ਹੈ ਕਿ ਮੈਨੂੰ ਕਿੰਨਾ ਗੈਪ ਚੱਲੇਗਾ। ਦੇਖੋ ਅਗਰ ਮੈਂ +2 ਪਾਸ ਹੈਗਾ, ਮੇਰਾ 4 ਤੋਂ 5 ਸਾਲ ਦਾ ਗੈਪ ਹੈਗਾ, ਮੈਂ ਅਪਲਾਈ ਕਰ ਸਕਦਾ। ਅਗਰ ਮੈਂ ਗ੍ਰੈਜੂਏਟ ਔਰ ਮੈਂ ਮਾਸਟਰ ਲਈ ਜਾ ਰਿਹਾ, ਮੇਰਾ 7 ਤੋਂ 8 ਸਾਲ ਦਾ ਗੈਪ ਹੈਗਾ, ਮੈਂ ਐਲੀਜੀਬਲ ਹਾਂ ਜਾਂਦਾ। ਲੇਕਿਨ ਇੱਕ ਚੀਜ਼ ਮੇਕ ਸ਼ੋਰ ਹੈਗੀ ਹੈ ਕਿ ਜਿੰਨਾ ਵੀ ਮੇਰਾ ਗੈਪ ਹੈ ਉਹ ਫਿਲ ਤਾਂ ਕਰਨਾ ਪਏਗਾ ਕਿ ਮੈਂ ਇੰਨੇ ਸਾਲ ਕੀਤਾ ਕੀ ਹੈ। ਕਾਲਜ ਜਾਂ ਯੂਨੀਵਰਸਿਟੀ ਇਹ ਕਦੀ ਨਹੀਂ ਕਹੂਗੀ ਕਿ ਤੁਸੀਂ ਇੰਨੇ ਚਿਰ ਘਰ ਬੈਠੋ, ਮੈਂ ਕਹਾਂ ਜੀ ਮੈਂ ਕੀਤਾ ਕੁਛ ਨਹੀਂ ਪਰ ਮੈਂ ਜਾਣਾ ਚਾਹੁੰਦਾ ਹੀ ਨਹੀਂ, ਪਰ ਮੈਨੂੰ ਦੱਸਣਾ ਪਏਗਾ ਕਿ ਮੈਂ ਇੰਨੇ ਸਾਲ ਕੀ ਕੀਤਾ। ਜੋ ਤੁਸੀਂ ਕੀਤਾ ਉਹਨਾਂ ਨੂੰ ਦੱਸੋ, ਤੁਹਾਡਾ ਉਹ ਗੈਪ ਫਿਲ ਹੋ ਗਿਆ, ਤੁਸੀਂ ਐਲੀਜੀਬਲ ਹੋ ਗਏ ਅਪਲਾਈ ਕਰਨ ਦੇ, ਤੁਹਾਡੀ ਆਫਰ ਵੀ ਆ ਜਾਏਗੀ, ਖਾਸ ਲੈਟਰ ਵੀ ਆ ਜਾਏਗੀ,
ਤੁਹਾਡਾ ਵੀਜ਼ਾ ਵੀ ਆ ਜਾਏਗਾ। ਜੀ, ਤੇ ਇੱਕ ਟਾਈਮ ਡਿਊਰੇਸ਼ਨ ਕਿੰਨੀ ਹੁੰਦੀ ਹੈ ਸਟੱਡੀ ਵੀਜ਼ੇ ਦੀ ਕਿ ਅੱਜ ਤੁਸੀਂ ਅਪਲਾਈ ਕਰਦੇ ਹੋ, ਅੱਜ ਫਾਈਲਿੰਗ ਤੁਹਾਡੀ ਹੋਈ ਹੈ ਤੇ ਕਿੰਨੇ ਟਾਈਮ ਦੇ ਵਿੱਚ ਵੀਜ਼ਾ ਆ ਸਕਦਾ ਹੈ? ਦੇਖੋ ਹੁਣ ਅਗਰ ਆਪਾਂ ਗੱਲ ਕਰੀਏ ਸਤੰਬਰ ਇੰਟੇਕ ਆਲਮੋਸਟ ਫਿਨਿਸ਼ ਹੋਣ ਦੇ ਕਗਾਰ ਦੇ ਵਿੱਚ ਹੈ। ਨਿਊ ਐਡਮਿਸ਼ਨਸ ਬੰਦ ਹੋ ਚੁੱਕੀਆਂ ਹੈਗੀਆਂ। ਹੁਣ ਜਿਹੜੀ ਐਡਮਿਸ਼ਨਸ ਆ ਰਹੀਆਂ ਸਿਰਫ ਔਰ ਸਿਰਫ ਜਿਹੜੇ ਬੱਚਿਆਂ ਦੇ ਆਲਰੇਡੀ ਅਪਲਾਈਡ ਸੀਗਾ, ਜਿਨ੍ਹਾਂ ਦੀ ਫੀਸ ਗਈਆਂ ਹੋਈਆਂ ਸੀਗੀਆਂ, ਉਹਨਾਂ ਦੇ ਕਾਸ ਪ੍ਰੋਸੈਸ ਚੱਲਿਆ। ਕਾਸ ਆਨੇ ਤਾਂ ਆਪਾਂ ਐਮਬੈਸੀ ਫਾਈਲ ਲਗਾਣੀ। ਹੁਣ ਜਿਹੜੇ ਵੀ ਬੱਚੇ ਅਪਲਾਈ ਕਰਨਗੇ ਉਹ ਜਨਵਰੀ ਇਨਟੇਕ ਲਈ ਅਪਲਾਈ ਕਰਨਗੇ। ਕੁਝ ਕਾਲਜਸ ਦੇ ਨਵੰਬਰ ਇਨਟੇਕ ਹੈ, ਬਾਕੀ ਸਾਰੇ ਯੂਨੀਵਰਸਿਟੀਜ਼ ਦੇ ਜਿਹੜੇ ਇਨਟੇਕ ਹੈਗੇ ਉਹ ਜਨਵਰੀ ਇਨਟੇਕ। ਹੁਣ ਤੁਸੀਂ ਜਨਵਰੀ ਇਨਟੇਕ ਲਈ ਅਪਲਾਈ ਕਰੋਗੇ। ਓਵਰਆਲ ਅਗਰ ਆਪਾਂ ਪ੍ਰੋਸੈਸ ਦੀ ਗੱਲ ਕਰੀਏ, ਜੋ ਯੂਕੇ ਦਾ ਟਾਈਮ ਪੀਰੀਅਡ ਹੈਗਾ ਮਿਨੀਮਮ 3 ਮੰਥ ਸਾਰੇ ਪ੍ਰੋਸੈਸ ਨੂੰ ਲੱਗਦੇ ਹੀ ਲੱਗਦੇ ਜੀ, ਕਿਉਂਕਿ ਅੱਜ ਦੀ ਡੇਟ ਦੇ ਵਿੱਚ ਅੰਬੈਸੀ ਵੀ ਮਹੀਨਾ 30 ਤੋਂ 40 ਦਿਨ ਅੰਬੈਸੀ ਲੈ ਰਹੀ ਹੈ, ਉਹਨਾਂ ਨੂੰ ਲੱਗ ਜਾਂਦਾ ਹੈ। ਕਾਸ ਲੈਟਰ ਆਉਂਦੀ ਹੈ, ਆਫਰ ਆਉਣ ਤੋਂ ਬਾਅਦ ਮੇਰੀ ਕ੍ਰੈਡੀਬਿਲਿਟੀ ਇੰਟਰਵਿਊ, ਉਸ ਤੋਂ ਬਾਅਦ ਮੈਂ ਫੀਸ ਟ੍ਰਾਂਸਫਰ ਕਰਦਾ, ਕਾਸ ਪ੍ਰੋਸੈਸ ਆਉਣਾ, ਫਿਰ ਅੰਬੈਸੀ ਫਾਈਲ। ਮਤਲਬ ਓਵਰਆਲ ਅਗਰ ਮੈਂ ਗੱਲ ਕਰਾਂ ਮੇਰਾ 3 ਮਹੀਨੇ ਇਸ ਪ੍ਰੋਸੈਸ ਨੂੰ ਲੱਗਦੇ ਆ। ਯਾਨੀ ਅਗਰ ਮੈਂ ਜਨਵਰੀ ਇਨਟੇਕ ਦੀ ਗੱਲ ਕਰਾਂ ਤਾਂ ਜੁਲਾਈ, ਅਗਸਤ, ਸਤੰਬਰ, ਅਕਤੂਬਰ, ਨਵੰਬਰ 'ਚ ਤੁਹਾਡੇ ਵੀਜ਼ੇ ਆਉਣਗੇ ਜਾ ਕਰਕੇ। ਜੀ, ਤੇ ਮਤਲਬ 4 ਤੋਂ 5 ਮਹੀਨੇ ਦੇ ਵਿੱਚ ਤੁਹਾਡਾ 3 ਮਹੀਨੇ ਦਾ ਪ੍ਰੋਸੈਸ 3 ਮਹੀਨੇ ਦਾ ਮਿਨੀਮਮ process। 3 ਮੰਥਸ ਦਾ ਪ੍ਰੋਸੈਸ ਹੈ ਜੀ, 3 ਮਹੀਨੇ ਦੇ ਵਿੱਚ ਮਤਲਬ ਤੁਹਾਡਾ ਵੀਜ਼ਾ ਆ ਸਕਦਾ ਹੈ ਜੇਕਰ ਤੁਸੀਂ ਯੂਕੇ ਸਟੱਡੀ ਵੀਜ਼ਾ ਦੇ ਲਈ ਅਪਲਾਈ ਕਰ ਰਹੇ ਹੋ। ਤਾਂ ਇਹ ਸਨ ਸਾਡੇ ਨਾਲ ਅਵਿਨਾਸ਼ ਜੀ, ਜੋ ਪ੍ਰਿਥਵੀ ਓਵਰਸੀਜ਼ ਤੋਂ ਨੇ, ਜਲੰਧਰ ਤੋਂ ਪਿਛਲੇ 8 ਸਾਲਾਂ ਤੋਂ ਇਸੇ ਕੰਪਨੀ ਤੋਂ ਕੰਮ ਕਰ ਰਹੇ ਨੇ। ਤੇ ਇਹ ਜੋ ਕੰਪਨੀ ਹੈ ਕਿਸ ਤਰੀਕੇ ਦੇ ਨਾਲ ਤੁਹਾਡਾ ਭਰੋਸਾ ਜਿੱਤੇਗੀ, ਕਿਸ ਤਰੀਕੇ ਦੇ ਨਾਲ ਤੁਹਾਨੂੰ ਸਰਵਿਸ ਮਿਲੇਗੀ, ਇਹ ਸਾਰਾ ਕੁਝ ਅਵਿਨਾਸ਼ ਜੀ ਦੱਸ ਚੁੱਕੇ ਨੇ। ਤੇ ਜੇਕਰ ਤੁਸੀਂ ਇਹਨਾਂ ਦੇ ਨਾਲ ਲਿੰਕ ਕਰਨਾ ਚਾਹੁੰਦੇ ਹੋ ਤਾਂ ਇੱਕ ਨੰਬਰ ਤੁਹਾਨੂੰ ਦੱਸ ਦਿੰਦੀ ਹਾਂ, ਤੁਸੀਂ ਸਕਰੀਨ ਤੇ ਵੀ ਦੇਖ ਸਕਦੇ ਹੋ। ਨੰਬਰ ਹੈ 9256166661 925616 ਤੇ 61। ਇਹ ਜੋ ਨੰਬਰ ਹੈ ਇਸ ਤੇ ਤੁਸੀਂ ਕਾਲ ਕਰ ਸਕਦੇ ਹੋ ਤੇ ਅਵਿਨਾਸ਼ ਜੀ ਹੋਰਾਂ ਦੇ ਨਾਲ ਲਿੰਕ ਕਰ ਸਕਦੇ ਹੋ। ਪ੍ਰਿਥਵੀ ਓਵਰਸੀਜ਼ ਜਲੰਧਰ, ਜੇਕਰ ਤੁਸੀਂ ਉੱਥੇ ਜਾ ਕੇ ਇਹਨਾਂ ਨਾਲ ਮਿਲ ਕੇ ਗੱਲ ਕਰਨਾ ਚਾਹੁੰਦੇ ਹੋ ਤਾਂ ਐਡਰੈਸ ਹੈ 122 ਅਸ਼ੋਕ ਨਗਰ ਨੀਅਰ ਸ਼ਹਿਨਾਈ ਪੈਲੇਸ ਜਲੰਧਰ। ਇੱਥੇ ਜਾ ਕੇ ਤੁਸੀਂ ਇਹਨਾਂ ਨਾਲ ਮਿਲ ਸਕਦੇ ਹੋ। ਕੋਈ ਵੀ ਕੁਐਰੀ ਤੁਹਾਡੇ ਮਨ ਦੇ ਵਿੱਚ, ਜੇਕਰ ਤੁਸੀਂ ਸਟੱਡੀ ਵੀਜ਼ਾ ਯੂਕੇ ਲਈ ਲਗਵਾਉਣਾ ਚਾਹੁੰਦੇ ਹੋ ਤਾਂ ਕੋਈ ਵੀ ਸਵਾਲ ਤੁਹਾਡੇ ਮਨ ਦੇ ਵਿੱਚ ਹੈ, ਕੁਝ ਵੀ ਜੋ ਰਹਿ ਗਿਆ ਹੋਏਗਾ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣ ਵਾਲਾ, ਤੁਸੀਂ ਇਹਨਾਂ ਦੇ ਨਾਲ ਸਿੱਧਾ ਸੰਪਰਕ ਕਰ ਸਕਦੇ ਹੋ, ਫੋਨ ਵੀ ਕਰ ਸਕਦੇ ਹੋ। ਨੰਬਰ ਤੁਸੀਂ ਸਕਰੀਨ ਤੇ ਦੇਖ ਲਿਆ ਹੋਵੇਗਾ, ਤੁਹਾਡੀ ਸਕਰੀਨ ਤੇ ਨੰਬਰ ਫਲੈਸ਼ ਹੋ ਰਿਹਾ ਹੋਏਗਾ, ਉਸ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ ਤੇ ਇਹਨਾਂ ਦੇ ਨਾਲ ਤੁਸੀਂ ਜਲੰਧਰ ਜਾ ਕੇ ਵੀ ਮਿਲ ਸਕਦੇ ਹੋ। ਜੇਕਰ ਯੂਕੇ ਦੇ ਵਿੱਚ ਤੁਸੀਂ ਸਟੱਡੀ ਵੀਜ਼ਾ ਤੇ ਜਾਣਾ ਚਾਹੁੰਦੇ ਹੋ ਤਾਂ ਪ੍ਰਿਥਵੀ ਓਵਰਸੀਜ਼ ਤੁਹਾਨੂੰ ਹਰ ਉਹ ਚੀਜ਼ ਅਪਲਾਈ ਕਰੇਗਾ, ਇੱਕ ਪਲੇਟਫਾਰਮ ਦੇਗਾ ਜਿਸ ਦੇ ਨਾਲ ਤੁਸੀਂ ਬੜੀ ਆਸਾਨੀ ਦੇ ਨਾਲ ਯੂਕੇ ਪਹੁੰਚ ਸਕਦੇ ਹੋ ਤੇ ਨਾ ਹੀ ਕੋਈ ਠੱਗੀ ਹੋਏਗੀ। ਜਿਸ ਤਰੀਕੇ ਦੇ ਨਾਲ ਇਹਨਾਂ ਨੇ ਦੱਸਿਆ ਕਿ ਸਰਵਿਸ ਕਿਸ ਤਰੀਕੇ ਦੀ ਹੋਏਗੀ, ਕਿੰਨਾ ਟਾਈਮ ਪੀਰੀਅਡ ਹੋਏਗਾ, ਕੀ ਐਲੀਜੀਬਿਲਿਟੀ ਹੈ, ਤਾਂ ਤੁਸੀਂ ਜਾ ਕੇ ਆਪਣੇ ਬਾਹਰ ਜਾਣ ਦੇ, ਯੂਕੇ ਦੇ ਵਿੱਚ ਪੜ੍ਹਾਈ ਦੇ ਸੁਪਨੇ ਨੂੰ ਸਾਕਾਰ ਕਰ ਸਕਦੇ ਹੋ। ਹੁਣ ਮੈਨੂੰ ਦਿਓ ਇਜਾਜ਼ਤ, ਜਲਦੀ ਹਾਜ਼ਰ ਹੋਵਾਂਗੀ ਅਜਿਹੇ ਇੱਕ ਹੋਰ ਸ਼ੋਅ ਦੇ ਨਾਲ, ਇੱਕ ਹੋਰ ਨਵੇਂ ਮਹਿਮਾਨ ਦੇ ਨਾਲ। ਤਦ ਤੱਕ ਲਈ ਜੁੜੇ ਰਹੋ ਸਕਰੋਲ ਪੰਜਾਬ ਦੇ ਨਾਲ।